chemical integration, chemical coordination and integration. केमिकल कोऑर्डिनेशन ਤੇ ਇੰਟੀਗ੍ਰੇਸ਼ਨ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਗਲੈਂਡਸ ਤੋਂ ਸਟਾਰਟ ਕਰਦੇ ਹਾਂ। ਹਾਂਜੀ, ਗਲੈਂਡਸ ਦੋ ਤਰ੍ਹਾਂ ਦੇ ਆ ਜੀ। ਹਾਂਜੀ, ਕਿਹੜੇ ਕਿਹੜੇ ਹੋ ਗਏ? एंडोक्राइन ਤੇ एक्सोक्राइन। एक्सोक्राइन ਤੇ एंडो। ਗਲੈਂਡ ਕਿਹੜੇ ਟਿਸ਼ੂ ਦਾ ਬਣਿਆ ਹੁੰਦਾ? ਹਾਂਜੀ, ਗਲੈਂਡਸ किस टिश्यू ਦੇ ਬਣੇ ਹੁੰਦੇ ਆ? अंशु, एपिथेलियल हाँ भूमि, एपिथेलियल टिश्यू। एपिथेलियल टिश्यू, बिल्कुल ठीक है ना। एक्सोक्राइन ग्लैंड्स ਕਿਹੜੇ ਹੁੰਦੇ ਆ? ਇਹ ਇਸ ਤਰ੍ਹਾਂ ਦੇ ਗਲੈਂਡਸ ਨੇ ਰਾਜੇ, glands which pour their secretion, ਹਾਂਜੀ, which pour their secretion directly, ਜਾਂ ਆਪਾਂ ਕਹੀਏ secretions on the surface of another epithelia, on the surface of another epithelia, other tissue कह दिए, through their, हाँ जी, through their ducts। ਇਹ ਇਸ ਤਰ੍ਹਾਂ ਦੇ ਟਿਸ਼ੂ ਨੇ ਰਾਜੇ, ਇਹ ਇਸ ਤਰ੍ਹਾਂ ਦਾ ਗਲੈਂਡ ਹੈ ਜੋ ਆਪਣੀਆਂ ਸਿਕ੍ਰੀਸ਼ਨ ਨੂੰ ਪੋਰ ਕਰਦਾ ਹੈ ਕਿਸੇ ਦੂਸਰੇ ਦੀ ਸਰਫੇਸ ਤੇ, ਦੂਸਰੀ ਐਪੀਥੀਲੀਆ ਤੇ, ਕਿਹਦੇ ਥਰੂ? ਡਕਟਸ ਦੇ ਥਰੂ। ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ? ਐਕਸੋਕਰਾਈਨ ਗਲੈਂਡ ਕਹਿੰਦੇ ਨੇ। ਹੁੰਦਾ ਨਹੀਂ ਕਿ ਜਿਨ੍ਹਾਂ ਦੀਆਂ ਸਿਕ੍ਰੀਸ਼ਨ ਡਕਟਸ ਕੈਰੀ ਕਰਦੀਆਂ ਟੂ ਦੀ ਪਾਰਟਿਕੂਲਰ ਆਰਗਨ, ਦੈਟ ਇਜ਼ ਐਕਸੋਕਰਾਈਨ ਗਲੈਂਡ। ਐਂਡੋਕਰਾਈਨ ਗਲੈਂਡ ਕਿਹੜੇ ਹੁੰਦੇ ਆ? ਇਹ ਡਕਟਲੈਸ ਗਲੈਂਡ ਹੁੰਦੇ, ਡਕਟਸ ਦੀ ਲੋੜ ਹੀ ਨਹੀਂ ਹੁੰਦੀ। which pour their secretion, directly in the into the blood, ਜਿਨ੍ਹਾਂ ਦੀਆਂ ਸਿਕ੍ਰੀਸ਼ਨ ਬਲੱਡ 'ਚ ਚਲੀ ਜਾਂਦੀਆਂ ਡਾਇਰੈਕਟ, ਉਹਨਾਂ ਨੂੰ ਕਹਿੰਦੇ ਨੇ ਐਂਡੋਕਰਾਈਨ ਗਲੈਂਡਸ, ਹਨਾ। ਸਮਝਾ? ਬਹੁਤ ਈਜ਼ੀ ਹੈ। ਇਹਨੂੰ ਤਾਂ ਹੀ ਆਪਾਂ ਕਹਿੰਦੇ ਗਲੈਂਡਸ ਆਫ ਇੰਟਰਨਲ ਸਿਕ੍ਰੀਸ਼ਨ, ਦੈਟਸ ਵਾਈ ਕਾਲਡ ਗਲੈਂਡਸ ਆਫ ਇੰਟਰਨਲ ਸਿਕ੍ਰੀਸ਼ਨ। ਉਹਨੂੰ ਡਕਟਸ ਦੀ ਲੋੜ ਹੀ ਹੈ ਨਹੀਂ, ਹਨਾ। ਡਕਟਸ ਦੀ ਲੋੜ ਹੀ ਹੈ ਨਹੀਂ। ਮੈਂ ਬਣਾਵਾਂ ਇੱਕ ਟਿਸ਼ੂ, ਦੇਖੋ ਸਪੋਜ਼ ਆ ਇੱਕ ਐਪੀਥੀਲੀਅਲ ਟਿਸ਼ੂ ਹੈ, ਸਪੋਜ਼ ਇੱਕ ਐਪੀਥੀਲੀਅਲ ਗਲੈਂਡ ਹੈ। ਚਲੋ ਇਹਦੇ ਵਿੱਚ ਦੀ ਕੀ ਚੱਲ ਰਹੀ ਹੈ? ਹਾਂਜੀ, ਬਲੱਡ ਵੈਸਲ ਜਾ ਰਹੀ, ਬਲੱਡ ਕੈਪਿਲਰੀ ਜਾ ਰਹੀ। ਹਾਂਜੀ, ਠੀਕ ਹੋ ਗਿਆ। ਬਲੱਡ ਜਾ ਰਿਹਾ ਵਿੱਚ ਦੀ, ਇਹਨਾਂ ਦੀ ਸਿਕ੍ਰੀਸ਼ਨ ਡਾਇਰੈਕਟ ਕਿੱਥੇ ਜਾ ਰਹੀਆਂ? ਦੇਖੋ, ਹਾਂਜੀ, ਕਿੱਥੇ ਜਾ ਰਹੀ ਹੈ? ਡਾਇਰੈਕਟ ਬਲੱਡ 'ਚ। ਹੁਣ ਇਹ ਗਲੈਂਡ ਨੂੰ ਵੀ ਕਹਤਾ ਡਕਟ ਦੀ ਜ਼ਰੂਰਤ ਹੀ ਹੈ ਨਹੀਂ, ਡਕਟਲੈਸ ਗਲੈਂਡ ਹੈ। ਸਮਝਾ ਦੀ ਨਹੀਂ ਯਾਰ? ਇਹਨਾਂ ਦੀਆਂ ਸਿਕ੍ਰੀਸ਼ਨਸ ਨੂੰ ਕੀ ਕਹਿ ਦਿੰਦੇ ਆ? ਇਹ ਜੋ ਹਾਰਮੋਨਸ ਕਰਦੇ ਆ ਉਹਨਾਂ ਨੂੰ ਹਾਰਮੋਨਸ ਕਹਿ ਦਿੰਦੇ ਆ। ਇਹ ਜੋ ਕੈਮੀਕਲ ਸਿਕ੍ਰੀਟ ਕਰਦੇ ਆ ਉਹਨਾਂ ਨੂੰ ਆਪਾਂ ਹਾਰਮੋਨਸ ਕਹਿੰਦੇ ਹਾਂ।
ਸਮਝਾਰੀ ਕਿ ਨਹੀਂ ਆ ਰਹੀ? ਹੁਣ ਐਂਡੋਕਰਾਈਨ ਗਲੈਂਡ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦਾ ਪਿਓਰਲੀ ਐਂਡੋਕਰਾਈਨ ਗਲੈਂਡ, ਜੋ ਸਿਰਫ ਹਾਰਮੋਨ ਹੀ ਬਣਾਉਂਦੇ ਆ, ਜਿਵੇਂ ਬਹੁਤ ਨੇ, ਜਿਵੇਂ ਥਾਇਰਾਇਡ ਹੋ ਗਿਆ, ਪੈਰਾਥਾਇਰਾਇਡ ਹੋ ਗਿਆ, ਪਿट्यूटरी हो गया, है ना, एड्रीनल हो गया, बहुत ने ਜਿਹੜੇ ਇਕੱਲੇ ਹਾਰਮੋਨ ਹੀ ਬਣਾਉਂਦੇ ਆ। ਇੱਕ ਹੁੰਦੇ ਆ ਹੈਟਰੋਕਰਾਈਨ ਗਲੈਂਡਸ। ਹੈਟਰੋਕਰਾਈਨ ਗਲੈਂਡ ਕਿਹੜੇ ਹੋ ਗਏ? ਇਹ ਉਹ ਗਲੈਂਡ ਹੈ ਜਿਨ੍ਹਾਂ ਦਾ ਐਂਡੋਕਰਾਈਨ ਤਾਂ ਹੈ ਹੀ, ਐਂਡੋਕਰਾਈਨ ਤਾਂ ਹੈਗਾ ਹੀ ਹੈ, मतलब हार्मोन ਤਾਂ ਬਣਾਉਂਦੇ ਹੀ ਹੈ, besides they have some other function, ਤੇ ਨਾਲ ਕੁਝ ਹੋਰ ਕੰਮ ਵੀ ਕਰਦੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਹੈਟਰੋਕਰਾਈਨ ਗਲੈਂਡ ਕਹਿ ਦਿੰਦੇ ਆ। ਜਿਵੇਂ ਹਾਂਜੀ, ਜਿਵੇਂ ਪੈਨਕ੍ਰੀਆਸ ਹੋ ਗਿਆ, टेस्टिस हो गया, ओवरीज है ना, ये सारे की ने हेटरोक्राइन ग्लैंड। एंडोक्राइन ग्लैंड से हार्मोन की जो स्टडी करा वो अपन एंडोक्राइनोलॉजी है, ठीक है ना, एंडोक्राइनोलॉजी आइडिया पता लग जाता ना। तो प्योरली एंडोक्राइन ने उन्हें केमिकल ध्यान एंडोक्राइन ग्लैंड्स ने की बनाई? हुण एक ग्लैंड है मेरे साथ, एक एंडोक्राइन ग्लैंड है, जल्दी आया करो जी, एंडोक्राइन ग्लैंड है, हाँ जी, एरिया सिक्रीशन किथे आ गई? ब्लड च आ गई। हुण ब्लड का फिर सारी बॉडी च सिक्रीशन की है, हार्मोन्स ने किथे आ गए? ब्लड च आ गए। ब्लड का फिर सारी बॉडी च है ना, ये किथे एक्ट करता है? ब्लड इनू कैरी करता, कित्थों तक? हुण ब्लड का पूरी बॉडी च किथे एक्ट करूगा? हाँ जी, जेडे ऑर्गन ते एक्ट करता है, जेडे टिश्यू ते एक्ट करता है, उन्होंने की कह दिंदे आ? टारगेट ऑर्गन। टारगेट ऑर्गन और टिश्यू, क्योंकि ਇਹਦੇ ਤੇ ਕੀ ਹੁੰਦੇ ਆ? ਰਿਸੈप्ਟਰ। रिसेप्टर। ਹੁਣ ਤੁਸੀਂ ਦੇਖੋ, ਜੇ ਆਪਾਂ ਗੱਲ ਕਰੀਏ ਪਿट्यूटरी ਗਲੈਂਡ ਨੇ ਬਣਾਇਆ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਮੈਂ ਇੱਕ ਸਿੰਪਲ ਜੀ ਗੱਲ ਕਰਾਂ, ਪਿट्यूटरी ਗਲੈਂਡ ਨੇ ਬਣਾਇਆ ਕੀ? TSH, है ना, थायराइड स्टिमुलेटिंग हार्मोन बनाया था, ब्लड च आ गया। हुण ब्लड का सारी बॉडी च किथे एक्ट करूगा? जिथे ਇਹਦੇ ਕੀ ਨੇ? रिसेप्टर्स ने, ਇਹਦਾ पूरी बॉडी च आ गया। ਇਹਦਾ फिजियोलॉजिकल रिस्पांस किथे आऊगा? जिथे ਇਹਦੇ रिसेप्टर्स ने। समझा रही कि नहीं आ रही? फिर जिथे रिसेप्टर्स ने वो की हो गया? वो टारगेट ऑर्गन हो गया, वो कोई टारगेट टिश्यू हो गया। टारगेट ऑर्गन कौन हो सकता है? कोई भी हो सकता है, वो नहीं हो सकता जी तो ये बन रहा है। समझा रही है? पिट्यूटरी ग्लैंड दे हार्मोन का टारगेट ऑर्गन पिट्यूटरी ग्लैंड को छड्ड के कोई और हो सकता है, पर की नहीं हो सकता? पिट्यूटरी ग्लैंड नहीं हो सकता। जेड़ा एंडोक्राइन ग्लैंड हार्मोन बना रहा है, ਉਹਦੇ रिसेप्टर हो आप बियर नहीं करता। समझा रही है नहीं आ रही? याद रखना। हाँ जी, समझा रही? टारगेट ऑर्गन कुछ भी हो सकता, पर केड़ा नहीं हो सकता? जिन्हें उन्होंने बनाया है। हार्मोन से टारगेट ऑर्गन कोई भी हो सकता है जी, है ना, जिससे रिसेप्टर होंगे। बिल्कुल,
ਫਰਦਰ ਆਪਾਂ ਗੱਲ ਕਰੀਏ ਹੁਣ ਇਹ ਕੈਮੀਕਲਸ ਨੇ ਕੀ ਨੇ ਇਹ ਕੈਮੀਕਲਸ ਨੇ ਬੱਚੇ ਕਹਿੰਦੇ ਕਿਹੜੇ ਕੈਮੀਕਲ ਕੈਮੀਕਲ ਨੇਚਰ ਕੀ ਹੈ ਨਾ ਹਾਂਜੀ ਇਹ ਕਿਹੜਾ ਕੈਮੀਕਲ ਹੋ ਸਕਦਾ ਹੈ ਇਹ ਕਿਸੇ ਅਮੀਨੋ ਐਸਿਡ ਦਾ ਡੈਰੀਵੇਟਿਵ ਹੋ ਸਕਦਾ ਹੈ ਹਾਂਜੀ ਕੀ ਹੋ ਸਕਦਾ ਹੈ ਅਮੀਨੋ ਐਸਿਡ ਦਾ ਡੈਰੀਵੇਟਿਵ ਹੋ ਸਕਦਾ ਹੈ ਨਾ ਹਾਂਜੀ ਜਿਵੇਂ एड्रेनालिन है नॉर एड्रेनालिन है ਤੁਹਾਨੂੰ ਪਤਾ ਇਹਨੂੰ ਐਪੀਨੈਫ੍ਰਿਨ ਵੀ ਕਹਿ ਦਿੰਦੇ ਆ ਨੌਰ ਐਪੀਨੈਫ੍ਰਿਨ ਕਹਿ ਦਿੰਦੇ ਆ ਨੌਰ ਐਡਰੀਨਾਲਿਨ ਹਾਂਜੀ ਤੇ ਨਾ ਇਹ ਹੋ ਗਿਆ ਕਿਤੋਂ ਬਣਦੇ ਆ ਇਹ ਕਿਤੋਂ ਬਣਦੇ ਕਿਹੜੇ ਅਮੀਨੋ ਐਸਿਡ ਤੋਂ ਬਣਦੇ ਆ ਫਟਾਫਟ टायरोसिन टायरोसिन तो सीरोटोनिन ते मेलाटोनिन बाकी जो पढ़ांगे वो दसूंगा ये कितों बनते हैं जल्दी कितों बनते हैं ये ट्रिप्टोफैन तो बनते हैं है ना ये कोई पेप्टाइड हो सकता है ये हो सकता है ना पेप्टाइड हो सकता है जिवें ADH है जिवें ऑक्सीटॉसिन है समझा रही कि नहीं आ रही ये कोई प्रोटीन हो सकता है जिवें हाँ जी ये कोई प्रोटीन हो सकता है बहुत सारे जिवें पिट्यूटरी हार्मोन सारे जी प्रोटीन हार्मोन है ज्यादातर जिवें ग्रोथ हार्मोन है TSH है ग्लूकागॉन है ग्रोथ हार्मोन हो गया थायराइड स्टिमुलेटिंग हार्मोन हो गया ना ग्लूकागॉन है फिर नहीं ये कोई स्टीरॉइड हो सकता है ये हो सकता कोई स्टीरॉइड हो सकता है केमिकल स्टीरॉइड किवें हाँ जी स्टीरॉइड केड़ा हो सकता है जिवें जल्दी एल्डोस्टेरोन कित्थों बनता है कॉर्टिसोल एड्रीनल कॉर्टेक्स कॉर्टिसोल हो सकता है एंड्रोजन हो सकते हैं एंड्रोजन की होता है टेस्टोस्टेरोन एस्ट्रोजन है प्रोजेस्टेरोन है ये सारे किने राजे स्टीरॉइड ने किने राजे स्टीरॉइड ने वो केमिकल की हो सकता है जेड़ा एंडोक्राइन बनाता है वो कोई अमीनो एसिड का डेरिवेटिव हो सकता है वो कोई पेप्टाइड हो सकता है वो कोई प्रोटीन हो सकता है वो कोई स्टीरॉइड हो सकता है या कोई आइडोथ्रियोनिन हो सकता है आइडोथ्रियोनिन हो सकता है जिवें थायरॉक्सिन है सुना नाम हाँ जी जिवें की है थायरॉक्सिन कितों बनता है थायरॉक्सिन कितों बनता है टायरोसिन टायरोसिन तो टायरोसिन के नाल कितने आयोडीन के एलिमेंट लगते हैं 3 4 आयोडीन ये होंदा T4 थायरॉक्सिन की होंदा T4 होंदा टेट्राहाइड्रोथ्रियोनिन होंदी है समझा रही है नहीं आ रही आइडिया हो गया एंडोक्राइन ग्लैंड इस तरह के ग्लैंड है जो अपनी सिक्रीशन डायरेक्ट ब्लड च रिलीज करते हैं सिक्रीशन ਨੂੰ ਆਪਾਂ ਹਾਰਮੋਨਸ ਕਹਿ ਦਿੰਦੇ ਆ ਉਹ ਹਾਰਮੋਨਸ ਕਿੱਥੇ ਐਕਟ ਕਰਨਗੇ ਜਿੱਥੇ ਉਹਦੇ ਰਿਸੈਪਟਰ ਹੈ ਜਿਨ੍ਹਾਂ ਤੇ ਰਿਸੈਪਟਰ ਹੈ ਉਹਨਾਂ ਨੂੰ ਆਪਾਂ ਟਾਰਗੇਟ ਆਰਗਨਸ ਕਹਿ ਦਿੰਦੇ ਆ ਉਹ ਕੈਮੀਕਲ ਕੀ ਹੋ ਸਕਦਾ ਹੈ ਕੋਈ ਅਮੀਨੋ ਐਸਿਡ ਹੋ ਸਕਦਾ ਹੈ ਕੋਈ ਪੈਪਟਾਈਡ ਹੋ ਸਕਦਾ ਹੈ ਕੋਈ ਪ੍ਰੋਟੀਨ ਹੋ ਸਕਦਾ ਹੈ ਕੋਈ ਸਟੀਰॉयड ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਵਾਈਟਲ ਵੀ ਹੋ ਸਕਦਾ ਹੈ ਨਾ ਹਾਂਜੀ ਇਹ ਜਿਹੜੇ ਹਾਰਮੋਨਸ ਹੁੰਦੇ ਆ ਇਹ ਕੀ ਕਰਦੇ ਆ ਕੀ ਇਹ ਹਾਰਮੋਨ ਦਾ ਕੰਮ ਕੀ ਹੈ रिलीज करना ये हार्मोन्स की प्रॉपर्टीज की हैं दे आर नॉन न्यूट्रिएंट केमिकल्स ये बहुत
ਇਹਨਾਂ ਤੋਂ એનર્ਜੀ ਨਹੀਂ ਮਿਲਦੀ। ਇਹ ਨॉन ਨਿਊਟ੍ਰੀਐਂਟ ਕੈਮੀਕਲਸ ਨੇ। ਨॉन ਨਿਊਟ੍ਰੀਐਂਟ ਦਾ ਇੱਥੇ ਮਤਲਬ ਕੀ ਕਹਿ ਰਹੇ એનર્ਜੀ ਨਹੀਂ ਮਿਲਦੀ, ਕੈਮੀਕਲਸ ਨੇ प्रोड्यूस्ड इन ट्रेसेस, बहुत घट अमाउंट से बनते हैं, कैरिड बाय ब्लड टू टारगेट ऑर्गन्स, एंड एक्ट एज किहदा काम करता है, इंटरसेलुलर, हाँ जी, मैसेंजर का काम करता। ये हार्मोन यूज हो जाते हैं, की हो जाते हैं, ये यूज हो जाते हैं एट देयर टारगेट ऑर्गन, ये यूज हो जाते हैं ताई दोबारा दोबारा बनाने पैंते हैं। समझा रही है यारी? हाँ जी, ये यूज हो जाते हैं जिथे ये काम करते हैं, ता करके बार बार बनाने पैंते हैं। हाँ जी, न्यूरल कंट्रोल से केमिकल कंट्रोल च फर्क ही है। केमिकल कंट्रोल स्लो है कि फास्ट होता है? स्लो है। स्लो, ਇਹਦਾ ਰਿਸਪੌਂਸ स्लो ਹੁੰਦਾ ਹੈ। ਇਹ ਐਗਜ਼ੈਕਟਲੀ ਹੁੰਦਾ ਵਾਈਡ ਸਪਰੈਡ ਹੁੰਦਾ ਹੈ ਤੇ ਲੌਂਗ ਲਾਸਟਿੰਗ ਹੁੰਦਾ। ਕੀ ਹੁੰਦਾ ਰਾਜੇ? ਲੌਂਗ ਲਾਸਟਿੰਗ ਹੁੰਦਾ ਹੈ। ਜਿਹੜਾ ਰਿਸਪੌਂਸ ਹੈ ਬੜਾ ਸਲੋ ਹੈ, ਵਾਈਡ ਸਪਰੈਡ ਹੈ, ਹਰ ਇੱਕ ਸੈਲ ਤੱਕ ਪਹੁੰਚਦੇ ਕੈਮੀਕਲਸ ਜਿੱਥੇ ਇੰਟਰਸੈਪਟਰ ਨੇ, ਹਨਾ? ਆਈਡੀਆ ਹੋ ਗਿਆ? ਇਹਦਾ ਇਫੈਕਟ ਲੌਂਗ ਲਾਸਟਿੰਗ ਹੁੰਦਾ। ਨਿਊਰਲ ਕੰਟਰੋਲ ਹੈ ਜਿਹੜਾ, ਉਹਦਾ ਜਿਹੜਾ ਰਿਸਪੌਂਸ ਹੁੰਦਾ ਉਹ ਸ਼ਾਰਟ ਲਿਵਡ ਹੁੰਦਾ। ਆਈਡੀਆ ਹੋ ਗਿਆ? ਆਪਾਂ ਹੁਣ ਗਲੈਂਡਸ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ, ਲਿਖੋ थायराइड ग्लैंड। हाँ जी, थायराइड ग्लैंड केड़ा है? ग्लैंड जल्दी, लार्जेस्ट एंडोक्राइन ग्लैंड केड़ा है? थायराइड। 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 लार्जेस्ट ग्लैंड केड़ा है? लार्जेस्ट ग्लैंड केड़ा है? लिवर। लिवर, है ना? देखते हैं चलो। लार्जेस्ट एंडोक्राइन ग्लैंड है थायराइड ग्लैंड की। ओरिजिन कित्थों है? एंडोडर्म तो। एंडोडर्म। एंडोडर्म तो। ये ग्लैंड किने बनाया है? ये एंडोडर्म ने बनाया, जॉबलेयर है ना? लो किथे हुंदा है लोकेशन, किथे हुंदा जी? इट लाइज एंटीरियर टू थायराइड कार्टिलेज ऑफ larynx। थायराइड कार्टिलेज किदी? लैरिंक्स दी। लैरिंक्स के सामने पिया हुंदा है। स्ट्रक्चर कहे जा बनाइए ਆਪਾਂ, ਜੇ ਮੈਂ ਬਣਾਵਾ ਇੱਥੇ ਇਸ ਤਰ੍ਹਾਂ ਦਾ, ਇਹ ਬਾਈਲੋਬ ਦੇ ਗਲੈਂਡ ਹੈ। ਇਹ ਬਾਈਲੋਬ ਦੇ ਗਲੈਂਡ ਇਸ ਤਰ੍ਹਾਂ ਦਾ। ਸਾਹਮਣੇ ਕੀ ਹੈ ਇਹਦੇ? ਕਿਤੇ ਪਿਆ ਇਹ? ਹਾਂਜੀ, ਆ ਕੀ ਹੈ? लैरिंक्स के सामने पे है, बाइलोब्ड ग्लैंड है। ये हो गया। दोनों लोब ਨੂੰ ज्वाइन करके एक सॉक की कहंदे ਨੂੰ इस्थमस। इस्थमस। ਜੇ ਆਪਾਂ ਇੰਟਰਨਲ ਸਟਰਕਚਰ ਦੇਖੀਏ ਤਾਂ ਨੂੰ ਆਪਾਂ ਕੱਟਦੇ ਹਾਂ, ਛਿਲਦੀ ਹੈ ਨੂੰ ਉੱਤੋਂ ਆਈ, ਹੈ ਨਾ? ਆਪਾਂ ਨੇ ਕੀਤਾ ਨੂੰ ਐਸਾ ਛਿਲਦਾ, ਐਂ ਕਰਕੇ ਦੇਖਦੇ ਹਾਂ ਤਾਂ ਕੀ ਦਿਖਦਾ ਆਪਾਂ ਨੂੰ? ਐਨੇ ਇੱਕ ਸੈਕਸ਼ਨ 'ਚ ਆਪਾਂ ਜੇ ਆਪਾਂ ਦੇਖੀਏ
ਆਪਾਂ ਨੂੰ ਕਈ ਰਾਉਂਡਡ ਫੋਲੀਕਲਸ ਦਿਖਦੇ ਹਨ ਇਸ ਤਰ੍ਹਾਂ। ਦਿਖਦਾ ਜੀ ਆਪਾਂ ਨੂੰ ਕਈ ਰਾਉਂਡਡ ਇੱਕ ਵਾਰੀ ਆਪਾਂ ਫੋਲੀਕਲ ਦਿਖਦੇ ਕੀ ਕਹਿ ਦਿੰਦੇ ਆ ਹਾਂਜੀ ਕੀ ਕਹਿ ਦਿੰਦੇ ਆ ਥਾਇਰੋਇਡ ਫੋਲੀਕਲਸ ਕੀ ਹੈ ਇਹ ਥਾਇਰੋਇਡ ਫੋਲੀਕਲ ਆ ਫੋਲੀਕੂਲਰ ਐਪੀਥੀਲੀਅਮ ਹੋ ਗਈ ਇਹਦੇ ਵਿੱਚ ਕੀ ਹੈ ਹਾਂਜੀ ਇਹਦੇ ਵਿੱਚ ਕੀ ਹੁੰਦਾ ਕੋਲੋਇਡ secreted by thyroid follicle follicular epithelium ਨੇ secrete ਕੀਤਾ ਹੈ ਨਾ ਕੋਲੋਇਡ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਕੀ ਹੁੰਦਾ ਹੈ ਪ੍ਰੋਟੀਨ ਹੁੰਦਾ ਹੈ ਜਿਹਦਾ ਨਾਮ ਹੈ ਥਾਇਰੋਗਲੋਬੁਲਿਨ ਲਿਖੋ ਪ੍ਰੋਟੀਨ ਕਿਹੜਾ ਹੁੰਦਾ ਵਿੱਚ ਥਾਇਰੋਗਲੋਬੁਲਿਨ ਪ੍ਰੋਟੀਨ ਹੁੰਦਾ ਹੈ ਕਿਹਨੇ ਬਣਾਇਆ ਆ ਫੋਲੀਕਲ ਦੀ ਐਪੀਥੀਲੀਅਮ ਦੀ ਇਨ ਬਿਟਵੀਨ ਕੀ ਹੈ ਸਾਰਾ ਇਹ ਕਨੈਕਟਿਵ ਟਿਸ਼ੂ ਹੈ ਠੀਕ ਹੋਇਆ ਕਿ ਨਹੀਂ ਇਹਦੇ ਵਿੱਚ ਕੀ ਪਏ ਨੇ small rounded group ਹੁੰਦੇ ਆ cells ਦੇ ਕੀ ਕਹਿ ਦਿੰਦੇ ਆ para follicular cells और C cells ਕਹਿ ਦਿੰਦੇ ਆ ਹਾਂਜੀ ਇਹਨਾਂ ਤੋਂ ਕੀ ਬਣਦਾ ਹੈ Calcitonin. ਕੈਲਸੀਟੋਨਿਨ ਇਹਨੂੰ ਥਾਇਰੋਕੈਲਸੀਟੋਨਿਨ ਵੀ ਲਿਖਦੇ ਆ ਕੀ ਲਿਖਦੇ ਆ ਇਹਨੂੰ ਥਾਇਰੋ ਕੈਲਸੀਟੋਨਿਨ ਵੀ ਲਿਖਦੇ ਆ THC ਥਾਇਰੋਕੈਲਸੀਟੋਨਿਨ ਲਿਖਦੇ ਨੂੰ ਥਾਇਰੋ ਕੈਲਸੀਟੋਨਿਨ ਤੋਂ ਨਾਮ ਲਿਖਿਆ ਜਾਂਦਾ ਪੈਰਾ ਫੋਲੀਕੂਲਰ ਸੈਲ ਸੀ ਸਮਝਾ ਲਿਆ ਬਿਟਵੀਨ ਪਾर्ट ਜਿਹੜਾ ਹੈ ਆ ਸਾਰਾ ਕੀ ਹੈ ਸਟ੍ਰੋਮਾ ਇਹ ਸਾਰਾ ਹੈ ਸਟ੍ਰੋਮਾ ਦੇ ਵਿੱਚ ਕੀ ਪਏ ਨੇ पैरा फॉलिकुलर सेल्स और सी सेल सुनना होता है हार्मोन की गल आइडिया होगा कुछ पूछना देखो इरेज कर देना जी ध्यान हार्मोन की गल हार्मोन्स हाँ जी T3 T4 की कहना है दोनों कलेक्टिवली की कहने हैं हाँ जी कलेक्टिवली कहते हैं अपन थायराइड हार्मोन T3 के T4 नु कलेक्टिवली की क्या होता है टुगेदर आर कॉल्ड थायराइड हार्मोन ਦੱਸਦਾ ਤੁਹਾਨੂੰ T3 ਹੁੰਦਾ ਹੈ ट्राई आयोडो थ्रियोनिन T4 ਹੁੰਦਾ ਹੈ टेट्रा आयोडो थ्रियोनिन ਕਿਵੇਂ ਬਣਦੇ ਆ ਇਹ ਟਾਇਰੋਸਿਨ ਦੇ ਨਾਲ ਕੀ ਲੱਗਦੀ ਹੈ ਰਾਜੇ आयोडीन लगती है चार आयोडीन लग गया की बन गया T4 और ऐसा ही नाम की है थायरॉक्सिन है एच एक आयोडीन कट दो तो की बन जू T3 की बन जाता फिर T3 बन जाता है फंक्शंस दोहां दे सेम ने फंक्शन की ने दोनों दे फंक्शन सेम ने की ने देख लिया फर्क की है T3 जेड़ा है इट इज मोर पोटेंट मतलब ज्यादा इफेक्टिव है बट प्रोड्यूसेस इन स्मॉल अमाउंट
ਘੱਟ ਅਮਾਉਂਟ 'ਚ ਬਣਦਾ। ਫੰਕਸ਼ਨ ਦੋਹਾਂ ਦੇ ਸੇਮ ਹੈ ਤਾਂ ਆਪਾਂ ਕੀ ਕਹਿ ਦਿੰਦੇ ਆ, ਥਾਇਰੋਇਡ ਹਾਰਮੋਨ ਕਹਿ ਦਿੰਦੇ। ਫੰਕਸ਼ਨ ਕੀ ਨੇ, ਜੋ ਆਪਾਂ ਫੰਕਸ਼ਨ ਦੀ ਗੱਲ ਕਰਦੇ ਆ ਤਾਂ ਪਾਰਟਿਕੂਲਰ ਕੀ ਕਹਿੰਦੇ ਆ, ਥਾਇਰੋਕਸਿਨ ਦੇ ਫੰਕਸ਼ਨ ਹੈ। ਸਭ ਤੋਂ ਪਹਿਲਾਂ ਕੀ ਕਰਦਾ ਇਹ, BMR ਨੂੰ ਰੈਗੂਲੇਟ ਕਰਦਾ ਹੈ। ਹਾਂਜੀ, BMR ਕੀ ਹੁੰਦਾ ਹੈ, बेसल metabolic basal rate. metabolic ਬੇਸਲ ਮੈਟਾਬੋਲਿਕ ਰੇਟ। ਇਹਦਾ ਮਤਲਬ ਕੀ ਹੋ ਗਿਆ, Minimum कितनी metabolism एनर्जी चाहिए लिविंग रहने ਲਈ? ਹਾਂ, amount of heat produced by the body at complete rest, that is BMR. Amount of heat produced in the body at the complete rest। complete rest ਤੇ ਜੋ ਹੀਟ ਬਣਦੀ ਹੈ ਬੋਡੀ ਜੋ ਕੀ ਹੈ, BMR ਹੈ। ਸਮਝਾ ਰਹੀ ਨਹੀਂ ਆ ਰਹੀ, ਪਤਾ ਲੱਗਾ ਨਹੀਂ, ਪਤਾ ਲੱਗਿਆ, ਬੋਡੀ ਦਾ ਟੈਂਪਰੇਚਰ ਹੈ ਕਿ ਨਹੀਂ, ਮੈਟਾਬੋਲਿਜ਼ਮ ਹੈ, BMR ਨੂੰ ਰੈਗੂਲੇਟ ਕਰਦਾ ਹੈ। ਇਟ ਸਟਿਮੂਲੇਟ ਪ੍ਰੋਟੀਨ ਸਿੰਥੇਸਿਸ, ਇਹਨੂੰ ਸਟਿਮੂਲੇਟ ਕਰਦਾ ਹੈ ਪ੍ਰੋਟੀਨ ਸਿੰਥੇਸਿਸ ਨੂੰ, ਜਿਹਦੇ ਨਾਲ ਆਪਣੀ ਗਰੋਥ ਹੁੰਦੀ ਹੈ। It also stimulates the development of mental faculties, the development of mental faculties। ਕਹਿਣ ਦਾ ਮਤਲਬ ਇਹ ਹੈ, ਜੇ ਥਾਇਰੋਇਡ ਹਾਰਮੋਨ ਬਚਪਨ ਤੋਂ ਹੀ ਘੱਟ ਹੈ, ਚਾਈਲਡਹੁੱਡ ਤੋਂ ਹੀ ਘੱਟ ਹੈ, ਤਾਂ IQ ਘਟ ਜੂਗਾ। ਕੀ ਘਟ ਜੂਗਾ, ਉਹਦਾ IQ ਘਟ ਜਾਂਦਾ। ਹਾਂਜੀ, ਇਜੀ ਹੋ ਗਿਆ। ਦੇਖੋ ਹੀਟ ਪ੍ਰੋਡਿਊਸ ਕਰਦਾ ਕਿ ਨਹੀਂ, ਇਹ ਬੋਡੀ ਟੈਂਪਰੇਚਰ ਨੂੰ ਵੀ ਰੈਗੂਲੇਟ ਕਰਕੇ ਰੱਖਦਾ। ਇਹ ਬੋਡੀ ਟੈਂਪਰੇਚਰ ਨੂੰ ਵੀ ਰੈਗੂਲੇਟ ਕਰਕੇ ਰੱਖਦਾ। ਪਰ ਜ਼ਿਆਦਾ ਰੋਲ ਕਿਹਦਾ, ਹਾਈਪੋਥੈਲਮਸ ਦਾ। ਜ਼ਿਆਦਾ ਰੋਲ ਕਿਹਦਾ ਹੁੰਦਾ ਹੈ, ਹਾਈਪੋਥੈਲਮਸ ਦਾ। ਲਿਵਰ ਕੰਟਰੋਲ ਪੜਿਆ ਆਪਾਂ ਨੂੰ, ਸਮਝਾ ਰਹੀ ਕਿ ਨਹੀਂ ਆ ਰਹੀ। ਇਹ ਕੀ ਕਰਦਾ ਹੈ, ਇਟ ਇਨਕਰੀਜ਼ਸ ਦੀ ਐਕਸ਼ਨ ਆਫ, ਇਹ ਆਂਦਾ ਹੁੰਦਾ ਯਾਦ ਰੱਖਣਾ, ਇਨਕਰੀਜ਼ਸ ਦੀ ਐਕਸ਼ਨ ਆਫ ਕਿਹਦਾ, ਕਿਹਦਾ ਕੰਮ ਵਧਾ ਦਿੰਦਾ ਇਹ ਜਲਦੀ, ਐਡਰੀਨਾਲਿਨ ਤੇ ਨੋਰਐਡਰੀਨਾਲਿਨ ਦਾ। ਲਿਖਿਆ ਹੁੰਦਾ ਨਿਊਰੋ ਟ੍ਰਾਂਸਮਿਟਰ। ਐਡਰੀਨਾਲਿਨ ਤੇ ਨੋਰਐਡਰੀਨਾਲਿਨ। ਗੱਲ ਨਹੀਂ ਆ ਰਹੀ, ਇਹਨਾਂ ਦਾ ਐਕਸ਼ਨ ਵਧਾ ਦਿੰਦਾ। ਆਈਡੀਆ ਹੋ ਗਿਆ। ਹੋਰ ਦੇਖੀਏ ਆਪਾਂ ਲਾਸਟ। ਹਾਂਜੀ, ਇਹ ਮੈਟਾਮੋਰਸਿਸ ਨੂੰ ਕੰਟਰੋਲ ਕਰਦਾ ਹੈ। ਮੈਟਾਮੋਰਫੋਸਿਸ ਸੁਣਿਆ ਨਾਮ, ਫਰੋਗਜ, ਮਤਲਬ ਫਰੋਗ ਚ ਕੀ ਹੁੰਦਾ ਹੈ, ਟੈਡਪੋਲ ਲਾਰਵਾ ਕਿਹੜਾ, ਟੈਡਪੋਲ, ਟੈਡਪੋਲ ਤੋਂ ਕੀ ਬਣਦਾ ਹੈ, ਅਡਲਟ। ਕੌਣ ਬਣਾ ਰਿਹਾ ਹੈ, थायरॉक्सिन। समझा रही है कि नहीं आ रही। जे टैडपोल चो थायराइड ग्लैंड कट दियो तो की होगा, तो एडल्ट नहीं बनना, अडल्ट नहीं बनना, की रह जाऊगा वो टैडपोल, जायंट टैडपोल बन जाए। समझा रही नहीं आ रही। फंक्शन है दोहां में, T3 का T4 का फंक्शन होता है, आइडिया हो गया। और केड़ा हार्मोन बन रहा है इसलिए तो थायरोकैल्सिटोनिन ये बन रहा है, थायरोकैल्सिटोनिन बनता है। एक ही करता है, एक ही करता है, ब्लड कैल्शियम डिक्रीज, ब्लड कैल्शियम लेवल को घटा देता है। नाम भी देखो, कैल्सिटोनिन घटाना, याद है देखो ना, घटाने वाला केड़ा कैल्सिटोनिन कदों रिलीज होता है, जो ब्लड च कैल्शियम ज्यादा उदों रिलीज होता है।
जो ब्लड च कैल्शियम ज्यादा होगा रिलीज ਹੁੰਦਾ ਨੇ ब्लड कैल्शियम लेवल घटा देना समझा रहे कि नहीं पैरा फॉलिकुलर सेल्स और सी सेल्स समझा रहे कि नहीं यारी घटाओ किवें ब्लड कैल्शियम लेवल घटाओ किवें बोन्स ਤੋਂ कैल्शियम रिलीज होना घट जाऊगा समझा रहे कि नहीं यारी समझा एब्जॉर्प्शन बाजू हाँ समझा रहे कि नहीं यार दादा तो यूरिन च बढ़ा दूंगा समझा रहे कि नहीं यारी ਜਦੋਂ ਬਲੱਡ ਦੇ ਵਿੱਚ ਕੈਲਸ਼ੀਅਮ ਵੱਧ ਰਿਹਾ ਹੈ ਇਹਦਾ ਮਤਲਬ ਬਲੱਡ 'ਚ ਕੈਲਸ਼ੀਅਮ ਕਿੱਥੋਂ ਆ ਰਿਹਾ ਹੈ ਬੋਨਸ ਤੋਂ ਆ ਰਿਹਾ ਹੈ ਬੋਨਸ ਖੁੱਲ ਰਹੀ ਹੈ ਬੋਨਸ ਦੇ ਵਿੱਚੋਂ ਕੈਲਸ਼ੀਅਮ ਦਾ ਰਿਲੀਜ਼ ਘਟਾ ਦੂਗਾ ਤਾਂ ਬਲੱਡ ਕੈਲਸ਼ੀਅਮ ਲੈਵਲ ਰੈਗੂਲੇਟ ਹੋਣਾ ਸ਼ੁਰੂ ਹੋ ਜਾਊਗਾ ਯੂਰਿਨ ਦੇ ਥਰੂ ਕੈਲਸ਼ੀਅਮ ਦੀ ਅਬਜ਼ੌਰਪਸ਼ਨ ਘਟਾ ਦੂਗਾ ਤਾਂ ਬਲੱਡ ਕੈਲਸ਼ੀਅਮ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਫੰਕਸ਼ਨ ਕਿਹਦਾ ਥਾਇਰੋਕੈਲਸੀਟੋਨਿਨ ਦਾ ਮੇਜਰ ਕੰਮ ਕੀ ਹੈਗਾ ਇਟ ਬੇਸਿਕਲੀ ਲੋਅਰ ਦੀ ਕੈਲਸ਼ੀਅਮ ਲੈਵਲ ਆਪਾਂ ਕਹੀਏ by suppressing the release of calcium ion from the bones calcium ਦੀ ਰੀਸੌਪਸ਼ਨ ਘਟਾ ਦਿੰਦਾ ਹੈ ਖੁਰਦੀਆਂ ਦੀ ਸਮਝਾ ਰਹੀ ਕਿ ਨਹੀਂ ਆ ਰਹੀ ਹਾਂਜੀ ਥਾਇਰੋਕੈਲਸੀਟੋਨਿਨ ਨੂੰ TCT ਕੀ ਵਾਲੀ ਥਾਇਰੋਕੈਲਸੀਟੋਨਿਨ TCT ਨਾਲ ਵੀ ਲਿਖਿਆ ਹੁੰਦਾ CT ਕੈਲਸੀਟੋਨਿਨ ਥਾਇਰੋਕੈਲਸੀਟੋਨਿਨ TCT ਪਤਾ ਲੱਗ ਲਾ ਦੇਖੀਏ ਹੁਣ ਜੇ ਜ਼ਿਆਦਾ ਹੋ ਜਾਏ ਘੱਟ ਹੋ ਜਾਏ ਫਿਰ ਕੀ ਹੋਊਗਾ ਹਨਾ ਹਾਰਮੋਨਸ ਜਿਹੜੇ ਨਾ ਤਾਂ ਜ਼ਿਆਦਾ ਹੋਣੇ ਚਾਹੀਦੇ ਨਾ ਘੱਟ ਹੋਣੇ ਚਾਹੀਦੇ ਆਪਟੀਮਮ ਹੋਣੇ ਚਾਹੀਦੇ ਆ ਆਪਟੀਮਮ ਰੇਂਜ ਹੋਣੀ ਚਾਹੀਦੀ ਹੈ ਘੱਟ ਗਏ ਤਾਂ ਵੀ ਡਿਸਆਰਡਰ ਵੱਧ ਗਏ ਤਾਂ ਵੀ ਡਿਸਆਰਡਰ ਗੱਲ ਕਰੀਏ ਸੁਣਨਾ ਧਿਆਨ ਨਾਲ ਡਿਸਆਰਡਰਸ डिसऑर्डर की गल करिए सब तो पहला जो ज्यादा हो जाए है ना दो तरीके नाल पढ़ते हैं एक तो है हाइपर थायरॉयडिज्म हाँ जी एक होंदा हाइपोथायरॉयडिज्म अगटा रब कर देना जी हाइपरथायरॉयडिज्म है ते हाइपोथायरॉयडिज्म मैं कहना हाइपरथायरॉयडिज्म की गल करिए सुनना ध्यान हाँ जी देखो मतलब हाइपर सिक्रीशन ऑफ थायराइड हार्मोन मतलब की हो गया था हाइपर सिक्रीशन ऑफ थायराइड हार्मोन जनरल गल करना ਇਹਦੇ ਨਾਲ ਕੀ ਹੋਊਗਾ ਦੇਖੋ ਜੇ ਥਾਇਰੋਕਸਿਨ ਵੱਧ ਗਈ ਤਾਂ ਕੀ ਹੋਊਗਾ ਹਾਂਜੀ BMR ਵੱਧ ਜਾਣਾ ਵੱਧ ਗਿਆ ਨਹੀਂ ਵਧਿਆ BMR ਵਧਣ ਨਾਲ ਬੋਡੀ ਟੈਂਪਰੇਚਰ ਵਧੂਗਾ ਘਟੂਗਾ ਵਧੂਗਾ ਵੱਧ ਗਿਆ BMR ਨਾਲ ਵਧਣ ਨਾਲ ਹਾਰਟ ਰੇਟ ਵੱਧ ਗਿਆ ब्लड प्रेशर बढ़ गया समझा रही कि नहीं आ रही जे BMR बढ़ गया राजे मशीन ज्यादा चल रही है मेटाबॉलिज्म ज्यादा हो रहा है तो बॉडी ने रिजर्व कंज्यूम कर लूगा थिन हो जाऊगा पतला हो जाऊगा हाँ जी वेट घट जाऊगा यस मतलब इतने कहना कि कहने आप वेट लॉस होना शुरू हो जे बॉडी ਦੇ ਰਿਜ਼ਰਵ ਕੰਜ਼ਿਊਮ ਹੋਵੇ ਹੈ ਨਾ ਇਹ ਚ ਡਿਜ਼ੀਜ਼ ਕਿਹੜੀ ਹੈ ਹੁਣ ਜਿਵੇਂ ਡਿਜ਼ੀਜ਼ ਦਾ ਨਾਮ ਸਭ ਨੂੰ ਪਤਾ ਹੈ ਗ੍ਰੇਵ ਡਿਜ਼ੀਜ਼ ਆਈ ਹੈ ਕਿ ਨਹੀਂ ਇਹ ਡਿਜ਼ੀਜ਼ ਹੈ ਗ੍ਰੇਵਜ਼ ਡਿਜ਼ੀਜ਼ ਉਹਨੂੰ ਹੋਰ ਕੀ ਕਹਿੰਦੇ ਆ एक्सोप्थेल्मिक गोइटर एक्सोप्थेल्मिक गोइटर ਕੱਲਾ गोइटर नहीं हैगा ਸਿੰਪਲ ਗੋਇਟਰ ਤਾਂ ਆਇਓਡੀਨ ਦੀ ਡੈਫੀਸ਼ੀਐਂਸੀ ਕਰਕੇ ਹੁੰਦਾ
ਉਹ ਹਾਈਪੋਥਾਇਰੋਇਡਿਜ਼ਮ ਜਾਂਦਾ ਹੈ। ਸਮਝਾਣੇ ਕਿ ਨਹੀਂ ਆ ਰਹੀ ਆਈਡੀਆ ਹੋਗਾ। ਇੱਕ ਹੋ ਗਿਆ ਡਿਸਆਰਡਰ। ਫਿਰ ਆਪਾਂ ਗੱਲ ਕਰੀਏ ਹਾਈਪੋਥਾਇਰੋਇਡਿਜ਼ਮ। ਹਾਂਜੀ, ਹਾਈਪੋਥਾਇਰੋਇਡਿਜ਼ਮ ਚ ਹਾਈਪੋਸਿਕ੍ਰੀਸ਼ਨ ਘਟ ਗਿਆ, ਹਾਈਪੋਸਿਕ੍ਰੀਸ਼ਨ ਆਫ ਥਾਇਰੋਇਡ ਹਾਰਮੋਨ। ਹਾਂਜੀ, ਹਾਈਪੋਸਿਕ੍ਰੀਸ਼ਨ ਹੈ ਥਾਇਰੋਇਡ ਹਾਰਮੋਨ ਦੀ। ਕੀ ਹੋਊਗਾ ਇਹਦੇ ਨਾਲ? ਹੁਣ ਦੇਖੋ ਥਾਇਰੋਕਸਿਨ ਘੱਟ ਹੈ, ਸਭ ਪਤਾ ਲੱਗਦਾ। ਦੇਖੋ BMR ਘਟ ਗਿਆ, BMR ਘਟ ਗਿਆ, ਬੋਡੀ ਟੈਂਪਰੇਚਰ ਘਟ ਗਿਆ। ਜ਼ਿਆਦਾਤਰ ਇਹੀ ਹੁੰਦਾ ਹੈ। ਹਾਰਟ ਰੇਟ ਘਟ ਗਿਆ, BP ਘਟ ਗਿਆ, ਤੇ ਭਾਰ ਵਧੀਆ ਵਧ ਗਿਆ, weight gain ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਅਨਯੂਜ਼ੁਅਲ ਭਾਰ ਵਧ ਰਿਹਾ ਖਾਣ ਤੱਕ, ਪੌਟ ਬੈਲੀ, ਪਿਜਨ ਚੈਸਟ ਲਿਖਿਆ ਹੁੰਦਾ, ਪਫੀ ਅਪੀਅਰੈਂਸ ਹੋ ਜਾਂਦੀ ਹੈ। ਸਿੰਪਟਮਸ ਕਿਹਦੇ ਸਾਰੇ? ਹਾਈਪੋਥਾਇਰੋਇਡਿਜ਼ਮ ਦੇ। ਸੁਣਨਾ ਧਿਆਨ ਨਾਲ। ਹੁਣ ਇਹ ਚ ਡਿਜ਼ੀਜ਼ ਦੇ ਐਗਜ਼ਾਮਪਲ ਦੀ ਗੱਲ ਕਰੀਏ, ਜਿਵੇਂ ਸਭ ਤੋਂ ਪਹਿਲਾਂ ਚਿਲਡਰਨਸ। ਹਾਂਜੀ, ਜੇ ਬੱਚਿਆਂ ਚ ਹੈ ਉਹਨੂੰ ਕੀ ਕਵਾਂਗੇ? ਕ੍ਰੈਟਿਨਿਜ਼ਮ। ਤੇ ਬੱਚਿਆਂ ਨੂੰ ਕੀ ਕਹਿੰਦੇ ਆ? ਕ੍ਰੈਟਿਨਸ। ਬੱਚਿਆਂ ਨੂੰ ਕੀ ਕਿਹਾ ਜਾਂਦਾ ਹੈ? ਕ੍ਰੈਟਿਨਸ ਕਿਹਾ ਜਾਂਦਾ ਹੈ। ਇਹ ਤਾਂ ਸਾਰੀ ਚੀਜ਼ਾਂ ਹੋਣਗੀਆਂ, ਨਾਲ ਨਾਲ ਇਹਦਾ IQ ਵੀ ਕੀ ਹੋਊਗਾ? ਘੱਟ ਹੋਊਗਾ। ਇੱਕ ਤਾਂ ਡਵਾਰਫ ਹੁੰਦਾ, ਸੁਣਨਾ ਧਿਆਨ। ਇੱਕ ਤਾਂ ਹੁੰਦਾ ਰਾਜੇ ਡਵਾਰਫ, ਇੱਕ ਹੁੰਦਾ ਕ੍ਰੈਟਿਨ। ਫਰਕ ਕੀ ਹੈ? IQ ਦਾ ਫਰਕ। IQ ਦਾ ਫਰਕ ਹੈ। ਗਰੋਥ ਹਾਰਮੋਨ ਜੇ ਘੱਟ ਹੈ ਤਾਂ ਡਵਾਰਫ ਹੋਊਗਾ ਉਹ, ਪਰ IQ ਨਾਰਮਲ ਹੁੰਦਾ। ਜੇ ਕ੍ਰੈਟਿਨ ਹੈ ਤਾਂ ਉਹਦਾ IQ ਘੱਟ ਹੋਊਗਾ। ਗਰੋਥ ਹਾਰਮੋਨ ਚ IQ ਨਹੀਂ ਘਟਦਾ। ਸਮਝਾ ਲਈਏ, ਡਵਾਰਫਿਜ਼ਮ ਚ ਜਿਹੜਾ ਡਵਾਰਫ ਹੈ ਉਹਦਾ IQ ਨਹੀਂ ਘੱਟ ਹੁੰਦਾ, ਕ੍ਰੈਟਿਨ ਦਾ IQ ਘੱਟ ਹੁੰਦਾ, ਹਨਾ। ਜੇ ਅਡਲਟਸ ਹੈ ਕੀ ਕਹਿੰਦੇ ਆ? ਮਿਕਸੋਇਡਿਜ਼ਮ। ਜ਼ਿਆਦਾਤਰ ਲੇਡੀਜ਼ ਚ ਵੀ ਹੋ ਸਕਦਾ ਮਿਕਸੋਇਡਿਜ਼ਮ ਕਹਿੰਦੇ ਨੇ। ਹਾਂਜੀ, ਇੱਕ ਹੁੰਦਾ ਸਿੰਪਲ ਕੁਆਇਟਰ, ਪਤਾ ਕਿ ਨਹੀਂ? ਸਿੰਪਲ ਕੁਆਇਟਰ ਚ ਕੀ ਹੁੰਦਾ? ਨੈਕ ਦੇ ਉੱਤੇ ਨੋਬਸ ਬਣ ਜਾਂਦੀਆਂ ਆਇਓਡੀਨ ਦੀ ਡੈਫੀਸ਼ੀਐਂਸੀ ਕਰਕੇ, ਪਤਾ ਕਿ ਨਹੀਂ? It is due to iodine deficiency. ਜੇ ਆਇਓਡੀਨ ਨਹੀਂ ਹੈਗਾ ਤਾਂ ਕੀ ਹੋ ਜਾਣਾ? ਤਾਂ ਵੀ ਥਾਇਰੋਕਸਿਨ ਨਹੀਂ ਬਣਦੀ। ਸਿੰਪਲ ਕੁਆਇਟਰ ਹੈ। ਇੱਕ ਇਹ ਚ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ, ਕਿਹੜੀ ਕਿਹੜੀ? ਹਾਸ਼ੀਮੋਟੋ। Hashimoto। ਹਾਸ਼ੀਮੋਟੋ ਡਿਜ਼ੀਜ਼ ਹੈ। ਇਹ ਹੁੰਦੀ ਹੈ ਆਟੋਇਮਿਊਨ। ਇਹਦੇ ਵਿੱਚ ਥਾਇਰੋਇਡ ਗਲੈਂਡ ਹੀ ਖਤਮ ਹੋ ਜਾਂਦੀ ਹਨਾ, ਐਂਟੀਬਾਡੀਜ਼ ਬਣ ਜਾਂਦੀਆਂ ਅਗੇਂਸਟ ਸੈਲਫ ਐਂਟੀਜਨ ਥਾਇਰੋਇਡ ਗਲੈਂਡ ਦੇ ਅਗੇਂਸਟ। ਇਹ ਡਿਸਆਰਡਰਸ ਨੇ। ਕੀ ਨੇ ਇਹਦੇ? ਡਿਸਆਰਡਰਸ ਨੇ। ਯਾਦ ਰਹਿ ਜਾਊਗਾ। ਹਾਂਜੀ, ਇਰੇਜ਼ ਕਰ ਦਿਆ। ਚਲਿਏ ਨੈਕਸਟ ਦੇਖੋ ਰਾਜੇ, ਉਹਨਾਂ ਦਾ ਕੰਟਰੋਲ। ਹਾਂ ਭੂਮੀ ਠੀਕ ਹੈ ਰਾਜੇ। देखो रेगुलेशन। हाँ जी, जब पर रेगुलेशन की गल करते हैं पिट्यूटरी ग्लैंड को स्टार्ट करते हैं। कितों स्टार्ट करिए आप? पिट्यूटरी ग्लैंड को स्टार्ट करिए। स्टार्ट तो करना चाहिए हाइपोथैलेमस को।
पर ਆਪਾਂ ਇੱਥੋਂ ਸਟਾਰਟ ਕਰਦੇ ਹਾਂ ਪਿਟਿਊਟਰੀ ਗਲੈਂਡ। ਪਿਟਿਊਟਰੀ ਗਲੈਂਡ ਤੋਂ ਹਾਰਮੋਨ ਬਣਿਆ ਕਿਹੜਾ? Thyroid stimulating. ਹਾਰਮੋਨ। ਇਹਨੂੰ ਹੋਰ ਕੀ ਕਹਿੰਦੇ ਆ? Thyrotropin. थायरोट्रोपिन, TSH और थायरोट्रोपिन। TSH कहते हैं थायरोट्रोपिन है। ये किधर एक्ट करता है? थायराइड ग्लैंड पे। प्लस लिखते हैं। थायराइड ग्लैंड तो की बना रहा है? थायरॉक्सिन। ठीक हो गया? हाँ जी। थायरॉक्सिन का नेगेटिव फीडबैक की हुंदा है? Pituitary ਨੂੰ negative feedback. जे थायरॉक्सिन ज्यादा हो जाए तो फिर की होगा? TSH नहीं रिलीज होना. TSH घट हो जाएगा। जे थायरॉक्सिन ज्यादा है तो की घट होगा? TSH। समझा रही कि नहीं आ रही? एंड वाइस वर्सा। समझा रही नहीं आ रही? ਇਹਦਾ मतलब हाइपरथायरॉयडिज्म च की होगा? TSH ज्यादा होगा घट होगा? घट. घट। हाइपो च ज्यादा. ज्यादा होगा। TSH ज्यादा होगा। ਆਪਾਂ ਨੂੰ TSH ਦੀ ਅਮਾਉਂਟ ਤੋਂ ਹੀ ਪਤਾ ਲੱਗਦਾ। ਜੋ ਆਪਾਂ ਕਹਿੰਦੇ ਲੇਡੀਜ਼ ਚ ਕਹਿੰਦੇ ਥਾਇਰਾਇਡ ਹੋ ਗਿਆ, ਭਾਰ ਵਧੀ ਜਾਂਦਾ, ਉਹ ਕਿਹੜਾ ਥਾਇਰਾਇਡ ਹੁੰਦਾ? ਉਹ ਕਿਹੜਾ ਥਾਇਰਾਇਡ ਹੁੰਦਾ? ਜਿੱਥੇ TSH ਜ਼ਿਆਦਾ ਆਉਂਦਾ ਹੈ, ਉਹਨਾਂ ਦਾ ਭਾਰ ਵੱਧਦਾ ਹੈ। ਉਹ ਤਾਂ ਕੁਝ ਵੀ ਕਰਦਾ। ਸਮਝਾਈਦਾ ਜੀ? थायराइड ग्लैंड है। लास्ट है एंडोक्राइन ग्लैंड है, the only gland, हाँ जी, the only gland which can store hormone in such a large quantity। केड़ा हो? केड़ा ना जी? थायराइड ग्लैंड है। समझा गई? हाँ जी, कुछ पूछना देखो। चलिए नेक्स्ट। आइडिया हो गया। नेक्स्ट ਇਹਦੇ ਵਿੱਚ ਹੈ ਪੈਰਾਥਾਇਰੋਇਡ। ਹਾਂਜੀ, ਪੈਰਾਥਾਇਰੋਇਡ ਗਲੈਂਡ ओरिजिन ਕਿੱਥੋਂ? एंडोडर्म। एंडोडर्म ਤੋਂ। ਕਿੱਥੇ ਹੁੰਦਾ ਹੈ? मैं बनाना इधर देखो। थायराइड ग्लैंड के ऊपर. थायराइड ग्लैंड की पोस्टीरियर साइड पे बना के देखिए, बहुत इजी है। लोकेशन की गल करिए, वहां समझो। आता है ये ट्रैकिया। ठीक हो गया? आ की है? ट्रैकिया के पीछे ईसोफेगस। समझा रहे की बना रहे आप? उल्टा व्यू बना लिया ना। ट्रैकिया के उत्ते की दिखा रहे हैं आप? हाँ जी, ईसोफेगस उल्टा व्यू दिखा रहे हैं। नहीं कर। ठीक हो गया? अच्छा क्या पिछू तो जुड़िया हुआ है आपस में। हाँ जी, पिछले उधरले पासे तो जुड़िया हुआ, इधरले पासे दो लोग थे। आ थायराइड ग्लैंड है। केड़ा ग्लैंड है? थायराइड ग्लैंड दी पोस्टीरियर सरफेस है, एंटीरियर सरफेस तो जुड़िया हुआ है। पोस्टीरियर सरफेस दे उत्ते हर एक लोब दे उत्ते दो सेपरेट की प्रेजेंट है, ग्लैंड प्रेजेंट। आ केड़े ग्लैंड ने? पैराथायरॉयड।
ਪੈਰਾਥਾਇਰੋਇਡ ਗਲੈਂਡ। ਇਹਨਾਂ ਤੋਂ ਹਾਰਮੋਨ ਬਣਦਾ ਕਿਹੜਾ? ਕੋਲਿਪਸ ਹਾਰਮੋਨ, ਪੈਰਾਥਾਰਮੋਨ। ਇਹ ਕੀ ਕਰਦਾ ਹੈ? ब्लड कैल्शियम इंक्रीज। ਬਲੱਡ ਕੈਲਸ਼ੀਅਮ ਲੈਵਲ ਵਧਾ ਦਿੰਦਾ। ਕੈਲਸੀਟੋਨਿਨ ਘਟਾਉਂਦਾ, ਇਹ ਵਧਾ ਦਿੰਦਾ ਐਂਟਾਗੋਨਿਸਟਿਕ। ਕੀ ਹੈ? ਐਂਟਾਗੋਨਿਸਟਿਕ ਹੈ। ਸਮਝ ਨਹੀਂ ਆਈ? एंटागोनिस्टिक टू थायरोकैल्सीटोनिन। थायरोकैल्सीटोनिन की करता है? घटांदा है, ये बढ़ा दिंदा है। उल्टा ओदे जे ज्यादा हो जाए की होगा? हाइपर पैराथायरॉइडिज्म। जे वाधे दा की होगा? तो ब्लड कैल्शियम वध जाऊगा। सॉफ्ट बोन्स। ब्लड कैल्शियम लेवल ज्यादा हो जाना है। ब्लड से कैल्शियम कित्थों आया? बोन्स तो। बोन्स वीक हो जाती हैं, सॉफ्ट हो जाती हैं, फ्रेजाइल हो जाती हैं, जिन्हों की कहने ऑस्टियोपोरोसिस। टूट जाती हैं, बोन्स वीक हो जाती हैं। हाँ जी, जे घट जे तो फिर हाइपोपैराथायरॉइडिज्म। तो मसल्स स्पास्म आ जाते हैं। कि आ जाते हैं मसल्स स्पास्म आने शुरू हो जाते हैं, मसल कॉन्ट्रैक्शन स्टार्ट हो जाती है, जिन्हों की कहते हैं टेटनस, टेटनी। पैराथायरॉइड टेटनी होगा। हाँ जी, ब्लड से कैल्शियम कितों आ रहा है? बोन्स से। समझा रही है कि नहीं? कितों आ रहा है? बोन्स तो आ रहा है। कैल्शियम की अब्जॉर्प्शन हो रही है इंटेस्टाइन में। कैल्शियम की सिक्रीशन बंद हो गई तो किडनी को, तो ब्लड से कैल्शियम बढ़ना शुरू हो गया। बोन देखो अपनी बॉडी दे विच वन ऑफ द मोस्ट अबंडेंट मिनरल केड़ा है? हां जी, अपनी बॉडी सब तो ज्यादा अबंडेंट मिनरल केड़ा है? केड़ा राजे? कैल्शियम। कैल्शियम का फिर रेजर्वोयर किथे? बोन्स है। जे ब्लड से कैल्शियम बढ़ रहा है तो कितों आ रहा है? बोन्स तो आ रहा है। है ना, बोन्स वीक हो जाती है, अदरवाइज फिर तो मुकदा। हां जी, पढ़ लोगे? ये तो हो गया थायराइड ते पैराथायरॉइड ग्लैंड। नेक्स्ट ਆਪਾਂ ਗੱਲ ਕਰਾਂਗੇ एड्रिनल ग्लैंड। देखो ग्लैंड से पढ़ना की है, कित्थों आया, लोकेशन है किथे, स्ट्रक्चर क्या है? स्ट्रक्चर से ज्यादा बेटे की हार्मोन्स ज्यादा हो जाए तो की होगा? घट जाए तो की होगा? बस, है ना। चलो नेक्स्ट है एड्रिनल ग्लैंड। मान्य है ये? मान्य एड्रिनल ग्लैंड? यस सर। ठीक है। हाँ जी, नाम लिख दिए, कल कंप्लीट कर लेंगे, है ना। एड्रिनल ग्लैंड को और की कहते हैं? सुप्रारीनल ग्लैंड। और की कह देने हैं? और की कहने हैं? जल्दी। इमरजेंसी ग्लैंड। और की कह देने हैं? और की कह देने हैं? ट्रिपल एफ ग्लैंड। और की कह देने हैं? 4S ग्लैंड। लिखो हो गया। सुपरारीनल क्यों कहने हैं? क्योंकि किडनी के उत्ते होता है। एमरजेंसी क्यों कहने हैं? एमरजेंसी हार्मोन पाते हैं, एड्रिनलिन, नॉन एड्रिनलिन। ट्रिपल एफ फाइट फ्लाइट ते फ्लाइट है कि नहीं? रिस्पांस तो नाम की रखा है ट्रिपल एफ ग्लैंड।
4S ਤੋਂ salt, sugar, stress and sex। समझा रही कि नहीं आ रही? 4S means salt, sugar, sex and stress। तो नाम की बने 4S। fight, fright ਤੇ flight ਤੋਂ ट्रिपल F gland, gland of emergency है। अनु suprarenal gland भी क्या है? समझा रही है? फंक्शनल बेस नाम रखे थे। समझाई नहीं आई? वाला दोबारा फाइट फ्लाइट ते फाइट फ्राइट ते फ्लाइट कराऊंगा हार्मोन से फंक्शन बता दूं। सॉल्ट शुगर तो पता लग गया मुझे है ना। ट्रिपल एफ ग्लैंड है, 4S ग्लैंड है, एड्रिनल ग्लैंड है, किडनी ਦੇ ਉੱਤੇ ਹੁੰਦਾ। ਕਿੱਥੇ ਹੁੰਦਾ ਇਹ? ਕਿਡਨੀ ਦੇ ਉੱਤੇ ਹੁੰਦਾ। ਫਿਰ ਕੱਲ ਦੇਖਦੇ ਆ ਨਾ। ਠੀਕ ਹੈ ਰਾਜੇ, ਅੱਜ ਟੈਸਟ ਤਾਂ ਨਹੀਂ ਹੈ ਕੋਈ?